ਹੈਲੋ ਫਰੈਂਡਸ, ਉਮੀਦ ਕਰਦਾ ਹਾਂ ਤੁਹਾਡੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਵੇਗੀ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਤੱਕ ਕਿਸੇ ਵੀ ਪੇਪਰ ਦੇ ਵਿੱਚ, ਚਾਹੇ ਪੰਜਾਬ ਲੈਵਲ ਦਾ ਚਾਹੇ ਉਹ ਇੰਡੀਆ ਲੈਵਲ ਦਾ, ਸਾਡੇ ਇੰਡੀਆ ਦੇ ਜਿਹੜੇ ਗਵਰਨਰ ਜਨਰਲ ਨੇ ਉਹਨਾਂ ਨਾਲ ਜਿੰਨੇ ਵੀ ਕੁਐਸਚਨ ਬਣੇ ਨੇ ਪ੍ਰੀਵੀਅਸ ਈਅਰ ਦੇ ਵਿੱਚ, ਉਹਨਾਂ ਕੁਐਸਚਨ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਦੋਸਤੋ, ਜੇਕਰ ਤੁਸੀਂ ਇਹ ਕੁਐਸਚਨ ਕਰ ਲੈਂਦੇ ਹੋ ਤਾਂ ਤੁਹਾਡਾ ਇੱਕ ਵੀ ਕੁਐਸਚਨ ਇੰਡੀਅਨ ਗਵਰਨਰ ਜਨਰਲ ਦੇ ਵਿੱਚੋਂ ਬਾਹਰ ਨਹੀਂ ਜਾਵੇਗਾ। ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਬੰਗਾਲ ਵਿੱਚ ਦਵੈਧ ਸ਼ਾਸਨ ਦੀ ਵਿਵਸਥਾ ਕਿਸਨੇ ਲਾਗੂ ਕੀਤੀ? ਲਾਰਡ ਕਲਾਈਵ ਦੁਆਰਾ। ਇਲਾਹਾਬਾਦ ਦੀ ਸੰਧੀ ਤਹਿਤ ਕਿਸ ਨੂੰ ਕਲਾਈਵ ਨੇ ਆਪਣੇ ਅੰਡਰ ਲੈ ਲਿਆ? ਤਾਂ ਦੋਸਤੋ, ਇਲਾਹਾਬਾਦ ਦੀ ਸੰਧੀ ਨਾਲ ਕਲਾਈਵ ਨੇ ਆਪਣੇ ਅੰਡਰ ਲੈਤਾ ਸੀ ਸ਼ਾਹ ਆਲਮ ਨੂੰ। ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀ? ਲਾਰਡ ਕਲਾਈਵ। ਭਾਰਤ 'ਚ ਕੰਪਨੀ ਅਧੀਨ ਪਹਿਲਾ ਗਵਰਨਰ ਜਨਰਲ ਕੌਣ ਬਣਿਆ? ਤਾਂ ਦੋਸਤੋ, ਇਹ ਸੀ ਸਾਡਾ ਬੰਗਾਲ ਦਾ ਗਵਰਨਰ ਜਿਹੜਾ ਲਾਰਡ ਕਲਾਈਵ। ਹੁਣ ਅਸੀਂ ਗੱਲ ਕਰਦੇ ਹਾਂ ਬੰਗਾਲ ਦਾ ਪਹਿਲਾ ਗਵਰਨਰ ਕੌਣ ਬਣਿਆ। ਦੋਸਤੋ, ਸਭ ਤੋਂ ਪਹਿਲਾਂ ਕੰਪਨੀ ਅਧੀਨ ਪਹਿਲਾ ਗਵਰਨਰ ਜਨਰਲ ਕੌਣ ਬਣਿਆ? ਇਹ ਤਾਂ ਸਾਡਾ ਬੰਗਾਲ ਦਾ ਸੀ ਲਾਰਡ ਕਲਾਈਵ। ਹੁਣ ਭਾਰਤ ਦਾ ਕੰਪਨੀ ਅਧੀਨ ਪਹਿਲਾ ਗਵਰਨਰ ਜਨਰਲ ਸਾਡਾ ਬਣਿਆਗਾ ਵਾਰਨ ਹੇਸਟਿੰਗ। ਸਵਾਲ ਆਉਂਦਾ ਹੈ, ਭਾਰਤ 'ਚ ਕੰਪਨੀ ਅਧੀਨ ਪਹਿਲਾ ਗਵਰਨਰ ਜਨਰਲ ਕੌਣ ਸੀ? ਵਾਰਨ ਹੇਸਟਿੰਗ। ਅਗਲਾ ਸਵਾਲ ਹੈ, ਕਿਸ ਐਕਟ ਦੇ ਤਹਿਤ ਬੰਗਾਲ ਦੇ ਗਵਰਨਰ ਨੂੰ ਅੰਗਰੇਜ਼ੀ ਖੇਤਰਾਂ ਦਾ ਗਵਰਨਰ ਜਨਰਲ ਕਿਹਾ ਗਿਆ? ਤਾਂ ਦੋਸਤੋ, 1773 ਦਾ ਰੈਗੂਲੇਟਿੰਗ ਐਕਟ ਸੀ ਜਿਹੜਾ, ਉਸ ਦੇ ਤਹਿਤ ਜਿਹੜਾ ਬੰਗਾਲ ਦਾ ਗਵਰਨਰ ਸੀਗਾ ਉਸ ਨੂੰ ਪੂਰੇ ਅੰਗਰੇਜ਼ੀ ਖੇਤਰ ਦਾ ਕੀ ਕਰਤਾ? ਗਵਰਨਰ ਜਨਰਲ ਨਿਯੁਕਤ ਕਰ ਦਿੱਤਾ ਸੀ। ਅਗਲਾ ਸਵਾਲ ਹੈ ਸਾਡਾ, ਖਜ਼ਾਨੇ ਨੂੰ ਮੁਰਸ਼ਿਦਾਬਾਦ ਤੋਂ ਕਲਕੱਤਾ ਕੌਣ ਲੈ ਕੇ ਆਇਆ? ਵਾਰਨ ਹੇਸਟਿੰਗ। ਵਾਰਨ ਹੇਸਟਿੰਗ ਕੌਣ ਹੈ ਦੋਸਤੋ? ਉਹ ਹੈ ਸਾਡਾ ਪਹਿਲਾ ਗਵਰਨਰ ਜਨਰਲ। ਅਗਲਾ ਸਵਾਲ ਹੈ, ਮੁਸਲਿਮ ਸਿੱਖਿਆ ਦੇ ਵਿਕਾਸ ਲਈ ਕਲਕੱਤਾ 'ਚ ਪਹਿਲਾ ਮਦਰਸਾ ਕਿਸ ਦੇ ਸਮੇਂ ਖੋਲ੍ਹਿਆ ਗਿਆ? ਤਾਂ ਦੋਸਤੋ ਦੇਖੋ, ਮੁਸਲਿਮ ਲੋਕ ਨੇ ਜਿਹੜੇ ਉਹ ਮਦਰਸੇ ਦੇ ਵਿੱਚ ਸਿੱਖਿਆ ਪ੍ਰਾਪਤ ਕਰਦੇ ਸੀ, ਤਾਂ ਉਹ ਪਹਿਲਾ ਮਦਰਸਾ ਕਲਕੱਤਾ 'ਚ ਵਾਰਨ ਹੇਸਟਿੰਗ ਦੁਆਰਾ ਖੋਲ੍ਹਿਆ ਗਿਆ ਸੀ। ਅਗਲਾ ਸਵਾਲ ਹੈ ਸਾਡਾ, ਸੰਸਕ੍ਰਿਤ ਯੂਨੀਵਰਸਿਟੀ ਬਨਾਰਸ 'ਚ ਵਾਰਨ ਹੇਸਟਿੰਗ ਸਮੇਂ ਕਿਸਨੇ ਖੋਲ੍ਹੀ? ਜੋਨਾਥਨ ਡੰਕਨ ਨੇ। ਤਾਂ ਦੋਸਤੋ, ਜਦੋਂ ਵਾਰਨ ਹੇਸਟਿੰਗ ਸਾਡੇ ਗਵਰਨਰ ਜਨਰਲ ਨੇ ਤਾਂ ਉਸ ਟਾਈਮ ਜੋਨਾਥਨ ਡੰਕਨ ਨੇ ਬਨਾਰਸ ਦੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਖੋਲ੍ਹੀ ਸੀ। ਅਗਲਾ ਸਵਾਲ ਹੈ, ਗੀਤਾ ਦਾ ਅੰਗਰੇਜ਼ੀ 'ਚ ਅਨੁਵਾਦ ਕਿਸਨੇ ਕੀਤਾ? ਤਾਂ ਦੋਸਤੋ, ਜਿਹੜਾ ਗੀਤਾ ਦਾ ਅੰਗਰੇਜ਼ੀ 'ਚ ਅਨੁਵਾਦ ਹੈ ਉਹ ਕੀਤਾ ਵਿਲੀਅਮ ਵਿਲਕਿੰਸ ਨੇ। ਤਾਂ ਦੋਸਤੋ, ਵਿਲੀਅਮ ਵਿਲਕਿੰਸ ਨੂੰ ਆਪਣੇ ਇਲਾਕੇ ਦੇ ਵਿੱਚ ਜਿਹੜਾ ਸਾਡਾ ਪਹਿਲਾ ਗਵਰਨਰ ਜਨਰਲ ਹੈ ਵਾਰਨ ਹੇਸਟਿੰਗ, ਉਸਨੇ ਇਸ ਨੂੰ ਆਪਣੇ ਇਲਾਕੇ ਦੇ ਵਿੱਚ ਰੱਖਿਆ ਸੀ। ਅਗਲਾ ਸਵਾਲ ਹੈ, ਵਾਰਨ ਹੇਸਟਿੰਗ ਸਮੇਂ ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਕਿਸਨੇ ਕੀਤੀ? ਸਵਾਲ ਬਣਦਾ ਹੈ ਦੋਸਤੋ, ਏਸ਼ੀਆਟਿਕ ਸੁਸਾਇਟੀ ਆਫ ਬੰਗਾਲ ਦੀ ਸਥਾਪਨਾ ਕਿਸ ਦੇ ਸਮੇਂ ਹੋਈ? ਵਾਰਨ ਹੇਸਟਿੰਗ ਦੇ ਸਮੇਂ। ਕਿਹਨੇ ਕੀਤੀ? ਵਿਲੀਅਮ ਜੋਨਸ ਨੇ ਕੀਤੀ ਸੀ। ਅਗਲਾ ਸਵਾਲ, ਭਾਰਤ ਦਾ ਪਹਿਲਾ ਸਮਾਚਾਰ ਪੱਤਰ ਹੇਸਟਿੰਗ ਸਮੇਂ ਕਿਸ ਨੇ ਪ੍ਰਕਾਸ਼ਨ ਕੀਤਾ? ਦੋਸਤੋ, ਭਾਰਤ ਦਾ ਪਹਿਲਾ ਸਮਾਚਾਰ ਪੱਤਰ ਕਿਹੜਾ ਹੈਗਾ? ਪਹਿਲੇ ਨੰਬਰ 'ਤੇ ਦਾ ਬੰਗਾਲ ਗਜਟ। ਦਾ ਬੰਗਾਲ ਗਜਟ ਹੈ ਜਿਹੜਾ ਉਹ ਭਾਰਤ ਦਾ ਪਹਿਲਾ ਸਮਾਚਾਰ ਪੱਤਰ ਹੈ। ਜੇਮਸ ਆਗਸਟਸ ਹਿੱਕੀ ਦੁਆਰਾ ਇਹ ਪ੍ਰਕਾਸ਼ਿਤ ਕੀਤਾ ਗਿਆ। ਕਲਕੱਤਾ 'ਚ ਸੁਪਰੀਮ ਕੋਰਟ ਕਿਸ ਗਵਰਨਰ ਜਨਰਲ ਸਮੇਂ ਖੋਲ੍ਹੀ ਗਈ? ਕਲਕੱਤਾ ਦੇ ਵਿੱਚ ਦੋਸਤੋ ਸਰਵਉੱਚ ਅਦਾਲਤ ਯਾਨੀ ਕਿ ਹਾਈ ਕੋਰਟ ਹੈ ਜਿਹੜੀ ਸਾਡੀ ਕਲਕੱਤਾ ਵਿੱਚ ਖੋਲ੍ਹੀ ਗਈ ਸੀਗੀ, ਉਹ ਸੀ ਉਸ ਟਾਈਮ ਵਾਰਨ ਹੇਸਟਿੰਗ ਸਮੇਂ। ਐਂਗਲੋ ਮਰਾਠਾ ਯੁੱਧ ਤੇ ਦੂਜਾ ਐਂਗਲੋ ਮੈਸੂਰ ਯੁੱਧ ਕਿਸ ਦੇ ਸਮੇਂ ਲੜੇ ਗਏ? ਦੋਸਤੋ, ਦੋ ਯੁੱਧ ਲੜੇ ਗਏ ਨੇ ਸਾਡੇ ਮੇਨ ਵਾਰਨ ਹੇਸਟਿੰਗ ਸਮੇਂ। ਪਹਿਲਾ ਐਂਗਲੋ ਮਰਾਠਾ ਯੁੱਧ, ਦੂਜਾ ਸਾਡਾ ਐਂਗਲੋ ਮੈਸੂਰ ਯੁੱਧ। ਅਗਲਾ ਸਵਾਲ, ਦੂਜਾ ਐਂਗਲੋ ਮੈਸੂਰ ਯੁੱਧ ਕਿਸ ਸੰਧੀ ਤਹਿਤ ਖਤਮ ਹੋਇਆ? ਐਂਗਲੋ ਮੈਸੂਰ ਯੁੱਧ ਯਾਨੀ ਕਿ ਮੈਸੂਰ ਦੇ ਵਿੱਚ ਕੌਣ ਹੈ ਦੋਸਤੋ? ਟੀਪੂ ਸੁਲਤਾਨ ਦਾ ਪਿਤਾ ਹੈਗਾ ਹੈਦਰ ਅਲੀ ਹੈ, ਅਤੇ ਦੂਜੇ ਪਾਸੇ ਕੌਣ ਹੈ ਸਾਡਾ ਜਿਹੜਾ ਉਸ ਟਾਈਮ ਹੈਗਾ ਦੋਸਤੋ ਸਾਡਾ ਅੰਗਰੇਜ਼ ਨੇਗੇ। ਤਾਂ ਦੋਨਾਂ ਦੇ ਵਿਚਕਾਰ ਐਂਗਲੋ ਮੈਸੂਰ ਯੁੱਧ ਹੋਇਆ ਦੂਜਾ। ਤਾਂ ਦੋਸਤੋ ਇਹ ਹੋਇਆ ਮੈਂਗਲੋਰ ਦੀ ਸੰਧੀ ਦੇ ਰਾਹੀਂ ਖਤਮ। ਕਿਹਦੇ ਸਮੇਂ ਹੋਇਆ ਦੋਸਤੋ? ਜੇ ਦੇਖਿਆ ਜਾਵੇ ਵਾਰਨ ਹੇਸਟਿੰਗ ਦੇ ਸਮੇਂ। ਅਗਲਾ ਸਵਾਲ ਹੈ, ਪਹਿਲਾ ਐਂਗਲੋ ਮਰਾਠਾ ਯੁੱਧ ਕਿਸ ਸੰਧੀ ਦੁਆਰਾ ਖਤਮ ਹੋਇਆ? ਸਲਵਾਈ ਦੀ ਸੰਧੀ। ਅਗਲਾ ਸਵਾਲ ਹੈ ਦੋਸਤੋ, ਬੋਰਡ ਆਫ ਰੈਵਨਿਊ ਦੀ ਸਥਾਪਨਾ ਕਿਸ ਦੇ ਸਮੇਂ ਹੋਈ? ਵਾਰਨ ਹੇਸਟਿੰਗ। ਅਸਥਾਈ ਗਵਰਨਰ ਜਨਰਲ ਕਿਸ ਨੂੰ ਨਿਯੁਕਤ ਕੀਤਾ ਗਿਆ? ਦੋਸਤੋ, ਇਹ ਸਥਾਈ ਨਹੀਂ ਸੀਗਾ, ਕੁਝ ਸਮੇਂ ਦੇ ਲਈ ਗਵਰਨਰ ਜਨਰਲ ਬਣਾਇਆ ਗਿਆ ਸੀ। ਅਸਥਾਈ ਤੌਰ 'ਤੇ ਸਰ ਜਾਨ ਮੈਕਫਰਸਨ ਨੂੰ ਬਣਾਇਆ ਗਿਆ ਸੀ। ਕਾਰਨਵਾਲਿਸ ਕੋਡ ਦੋਸਤੋ ਕਦੋਂ ਆਇਆ? 1793 ਦੇ ਵਿੱਚ। ਕਿਸ ਚੀਜ਼ 'ਤੇ ਆਧਾਰਿਤ ਸੀ ਦੋਸਤੋ? ਇਹ ਸ਼ਕਤੀਆਂ ਦੀ ਵੰਡ ਦੇ ਉੱਤੇ ਆਧਾਰਿਤ ਸੀ ਕਾਰਨਵਾਲਿਸ ਕੋਡ। ਅਗਲਾ ਸਵਾਲ ਹੈ,
ਕਿਹੜਾ ਗਵਰਨਰ ਜਨਰਲ ਨੇ ਕੰਪਨੀ ਦੇ ਅਧਿਕਾਰੀਆਂ ਦੇ ਵਿਅਕਤੀਗਤ ਵਪਾਰ 'ਤੇ ਪਾਬੰਦੀ ਲਾ ਦਿੱਤੀ? ਤਾਂ ਦੋਸਤੋ ਜਿਹੜੇ ਕੰਪਨੀ ਦੇ ਅਧਿਕਾਰੀ ਸੀ ਉਹ ਆਪਣਾ ਵਪਾਰ ਕਰਦੇ ਸੀ ਉਸ ਦੇ ਉੱਤੇ ਪਾਬੰਦੀ ਲਾਤੀ, ਰੋਕ ਲਾਤੀ ਕਾਰਨਵਾਲਿਸ ਨੇ। ਜ਼ਿਮੀਂਦਾਰਾਂ ਤੋਂ ਪੁਲਿਸ ਅਧਿਕਾਰ ਕਿਸਨੇ ਖੋਹ ਲਏ? ਕਾਰਨਵਾਲਿਸ ਨੇ ਦੋਸਤੋ ਕੀ ਕੀਤਾ ਹੈਗਾ, ਜ਼ਿਮੀਂਦਾਰਾਂ ਤੋਂ ਜਿੰਨੇ ਵੀ ਪੁਲਿਸ ਅਧਿਕਾਰ ਨੇ ਉਹ ਖੋਹ ਲਏ ਅਤੇ ਇਸ ਤੋਂ ਇਲਾਵਾ ਉਸ ਨੇ ਥਾਂ ਥਾਂ 'ਤੇ ਥਾਣੇ ਖੋਲ੍ਹ ਦਿੱਤੇ। ਅਗਲਾ ਸਵਾਲ ਹੈ, ਕਾਰਨਵਾਲਿਸ ਸਮੇਂ ਭਾਰਤੀ ਕਿਸ ਪਦ ਨੂੰ ਪ੍ਰਾਪਤ ਕਰ ਸਕਦੇ ਸੀ? ਤਾਂ ਦੋਸਤੋ ਜਿਹੜਾ ਕਾਰਨਵਾਲਿਸ ਸੀਗਾ ਉਸ ਸਮੇਂ ਜਿਹੜੇ ਭਾਰਤੀ ਲੋਕ ਨੇ ਉਹ ਸਿਰਫ ਡਿਪਟੀ ਕਲੈਕਟਰ ਤੱਕ ਦਾ ਪਦ ਪ੍ਰਾਪਤ ਕਰ ਸਕਦੇ ਸੀ। ਇਸ ਤੋਂ ਇਲਾਵਾ ਉਹਨਾਂ ਦੀ ਪ੍ਰਮੋਸ਼ਨ ਨਹੀਂ ਹੁੰਦੀ ਸੀ। ਸਥਾਈ ਬੰਦੋਬਸਤ ਵਿਵਸਥਾ ਕਿਸਨੇ ਬਣਾਈ? ਸਥਾਈ ਬੰਦੋਬਸਤ ਹੈ ਦੋਸਤੋ ਜਿਹੜੀ ਬਣਾਈ ਹੈ ਜੌਨ ਸ਼ੋਰ ਦੁਆਰਾ ਬਣਾਈ ਗਈ ਸੀ। ਸਥਾਈ ਬੰਦੋਬਸਤ ਕਿਸਨੇ ਲਾਗੂ ਕੀਤਾ? ਕਾਰਨਵਾਲਿਸ ਨੇ ਲਾਗੂ ਕੀਤਾ ਸੀ। ਭਾਰਤ ਵਿੱਚ ਨਾਗਰਿਕ ਸੇਵਾ ਦਾ ਜਨਕ ਕੌਣ ਹੈ? ਕਾਰਨਵਾਲਿਸ। ਅਗਲਾ ਸਵਾਲ ਦੋਸਤੋ ਮੋਸਟ ਇੰਪੋਰਟੈਂਟ ਸਵਾਲ ਹੈ ਸਾਰੇ ਦੇ ਸਾਰੇ, ਸਹਾਇਕ ਸੰਧੀ ਦੀ ਸ਼ੁਰੂਆਤ ਕੀਤੀ ਵੈਲਜ਼ਲੀ ਦੁਆਰਾ। ਵੈਲਜ਼ਲੀ ਤੋਂ ਪਹਿਲਾਂ ਸਹਾਇਕ ਸੰਧੀ ਵਰਤੀ ਸੀ ਦੋਸਤੋ ਡੁਪਲੇ ਨੇ। ਸਹਾਇਕ ਸੰਧੀ ਕਿਹਨੇ ਚਲਾਈ ਹੈ? ਵੈਲਜ਼ਲੀ ਨੇ। ਇਸ ਤੋਂ ਇਲਾਵਾ ਇਹ ਤੋਂ ਪਹਿਲਾਂ ਕਿਹਨੇ ਵਰਤੀ ਹੈ ਦੋਸਤੋ? ਡੁਪਲੇ ਨੇ ਵਰਤੀ ਸੀ। ਸਹਾਇਕ ਸੰਧੀ ਕਰਨ ਵਾਲਾ ਪਹਿਲਾ ਰਾਜ ਕਿਹੜਾ ਸੀ? ਹੈਦਰਾਬਾਦ। ਚੌਥਾ ਐਂਗਲੋ ਮੈਸੂਰ ਯੁੱਧ 1799 ਵਿੱਚ ਕਿਹਦੇ ਸਮੇਂ ਹੋਇਆ ਦੋਸਤੋ? ਵੈਲਜ਼ਲੀ ਸਮੇਂ ਹੋਇਆ। ਟੀਪੂ ਸੁਲਤਾਨ ਹੈ ਜਿਹੜਾ ਉਸ ਟਾਈਮ ਮਾਰਿਆ ਗਿਆ ਸੀ। ਨਾਗਰਿਕ ਸੇਵਾ 'ਚ ਭਾਰਤੀ ਲਈ ਕਿਸਨੇ ਫੋਰਟ ਵਿਲੀਅਮ ਕਾਲਜ ਦੀ ਸਥਾਪਨਾ ਕੀਤੀ? ਦੋਸਤੋ ਨਾਗਰਿਕ ਸੇਵਾ 'ਚ ਭਰਤੀ ਦੇ ਲਈ ਪਹਿਲੇ ਨੰਬਰ 'ਤੇ ਫੋਰਟ ਵਿਲੀਅਮ ਕਾਲਜ ਬਣਾਇਆ ਗਿਆ, ਲਾਰਡ ਵੈਲਜ਼ਲੀ ਨੇ ਬਣਾਇਆ ਸੀ। ਆਪਣੇ ਆਪ ਨੂੰ ਬੰਗਾਲ ਦਾ ਸ਼ੇਰ ਕੌਣ ਕਹਿੰਦਾ ਸੀ? ਲਾਰਡ ਵੈਲਜ਼ਲੀ। ਬੈਲੋਰ ਵਿਖੇ ਸਿਪਾਹੀ ਵਿਦਰੋਹ ਕਿਸ ਸਮੇਂ ਹੋਇਆ? ਜਾਰਜ ਬਾਰਲੋ ਸਮੇਂ। ਰਣਜੀਤ ਸਿੰਘ ਅਤੇ ਲਾਰਡ ਮਿੰਟੋ ਦੀ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ? 25 ਅਪ੍ਰੈਲ 1809। 1813 ਦਾ ਚਾਰਟਰ ਐਕਟ ਕਿਸ ਦੇ ਸਮੇਂ ਆਇਆ ਦੋਸਤੋ? ਲਾਰਡ ਮਿੰਟੋ ਸਮੇਂ। ਅੰਗਰੇਜ਼ਾਂ ਅਤੇ ਗੋਰਖਿਆਂ 'ਚ ਕਿਸ ਸੰਧੀ ਨਾਲ ਯੁੱਧ ਖਤਮ ਹੋਇਆ? ਸੰਘੋਲੀ ਦੀ ਸੰਧੀ। ਦੋਸਤੋ ਮੋਸਟ ਇੰਪੋਰਟੈਂਟ ਸਵਾਲ ਨੇ, ਹਰ ਪੇਪਰ ਦੇ ਵਿੱਚ ਇਹ ਪੁੱਛੇ ਜਾਂਦੇ ਨੇ। ਅਗਲਾ ਸਵਾਲ, ਪਿੰਡਾਰੀਆਂ ਦਾ ਦਮਨ ਕਿਸ ਸਮੇਂ ਕੀਤਾ? ਲਾਰਡ ਹੇਸਟਿੰਗ ਸਮੇਂ। ਟੈਨੈਂਸੀ ਐਕਟ 1822 'ਚ ਕਿਸ ਦੇ ਸਮੇਂ ਲਾਗੂ ਕੀਤਾ ਗਿਆ? ਲਾਰਡ ਹੇਸਟਿੰਗ ਸਮੇਂ। ਐਂਗਲੋ ਬਰਮਾ ਯੁੱਧ ਕਿਸ ਦੇ ਸਮੇਂ ਹੋਇਆ ਦੋਸਤੋ? ਲਾਰਡ ਐਮਹਰਸਟ ਸਮੇਂ। ਐਂਗਲੋ ਬਰਮਾ ਯੁੱਧ ਕਿਸ ਸੰਧੀ ਨਾਲ ਖਤਮ ਹੋਇਆ? ਯੰਡਬੂ ਦੀ ਸੰਧੀ। ਦੋਸਤੋ ਯੰਡਬੂ ਦੀ ਸੰਧੀ ਨਾਲ ਐਂਗਲੋ ਬਰਮਾ ਯੁੱਧ ਜਿਹੜਾ ਉਹ ਖਤਮ ਹੋਇਆ ਹੈਗਾ। ਬਰਮਾ ਕਿਹਦਾ ਨਾਮ ਹੈ ਅੱਜ ਕੱਲ੍ਹ? ਬਰਮਾ ਅੱਜ ਕੱਲ੍ਹ ਮਿਆਂਮਾਰ ਦਾ ਨਾਮ ਹੈ। ਅਗਲਾ ਸਵਾਲ, ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਿਆ? ਲਾਰਡ ਵਿਲੀਅਮ ਬੈਂਟਿਕ। ਹੁਣ ਤੱਕ ਦੋਸਤੋ ਜੇ ਦੇਖਿਆ ਜਾਵੇ ਸਾਡਾ ਗਵਰਨਰ ਜਨਰਲ ਹੈ ਜਿਹੜਾ ਅੰਗਰੇਜ਼ੀ ਇਲਾਕੇ ਦਾ ਹੈਗਾ, ਪਰ ਜਿਹੜਾ ਸਾਡਾ ਭਾਰਤ ਦਾ ਪਹਿਲਾ ਗਵਰਨਰ ਜਨਰਲ ਹੈ ਉਹ ਕੌਣ ਬਣਿਆ? ਲਾਰਡ ਵਿਲੀਅਮ ਬੈਂਟਿਕ ਬਣਿਆ ਹੈਗਾ। ਰਾਜਾ ਰਾਮ ਮੋਹਨ ਰਾਏ ਦੇ ਸਹਿਯੋਗ ਨਾਲ ਸਤੀ ਪ੍ਰਥਾ ਦਾ ਅੰਤ ਕੀਤਾ ਕਿਹਨੇ ਕੀਤਾ ਦੋਸਤੋ? ਲਾਰਡ ਵਿਲੀਅਮ ਬੈਂਟਿਕ ਨੇ ਕੀਤਾ ਹੈਗਾ। 1829 ਦੇ ਵਿੱਚ ਕੀਤਾ ਸੀ। 17 ਨੰਬਰ ਐਕਟ ਦੇ ਤਹਿਤ ਸਤੀ ਪ੍ਰਥਾ ਦਾ ਅੰਤ ਕਰ ਦਿੱਤਾ ਸੀ। ਅਗਲਾ ਸਵਾਲ, ਬੈਂਟਿਕ ਨੇ ਕਿਸ ਦੀ ਸਹਾਇਤਾ ਨਾਲ ਠੱਗੀ ਪ੍ਰਥਾ ਨੂੰ ਖਤਮ ਕੀਤਾ? ਬੈਂਟਿਕ ਨੇ ਦੋਸਤੋ ਠੱਗੀ ਪ੍ਰਥਾ ਦਾ ਅੰਤ ਕੀਤਾ ਸਲੀਮਨ ਦੀ ਸਹਾਇਤਾ ਨਾਲ। 1835 'ਚ ਕਲਕੱਤਾ ਮੈਡੀਕਲ ਕਾਲਜ ਬਣਾਇਆ ਗਿਆ ਬੈਂਟਿਕ ਨੇ। ਤਾਂ ਦੋਸਤੋ 1835 ਦੇ ਵਿੱਚ ਬੈਂਟਿਕ ਦੁਆਰਾ ਇੱਕ ਕਾਲਜ ਬਣਾਇਆ ਗਿਆ ਜਿਹਦਾ ਨਾਮ ਕੀ ਸੀਗਾ ਦੋਸਤੋ? ਕਲਕੱਤਾ ਮੈਡੀਕਲ ਕਾਲਜ। ਅਗਲਾ ਸਵਾਲ, ਸਿੱਖਿਆ ਦਾ ਮਾਧਿਅਮ ਜਿਹੜਾ ਅੰਗਰੇਜ਼ੀ ਹੈ ਉਹ ਕਿਹਦੇ ਕਹਿਣ 'ਤੇ ਬੈਂਟਿਕ ਨੇ ਕੀਤਾ ਹੈਗਾ? ਮੈਕਾਲੇ ਦੇ। ਪ੍ਰੈਸ ਦਾ ਮੁਕਤੀਦਾਤਾ ਕਿਸ ਨੂੰ ਕਹਿੰਦੇ ਨੇ ਦੋਸਤੋ? ਮੈਟਕਾਫ ਨੂੰ ਕਿਹਾ ਜਾਂਦਾ ਹੈਗਾ। ਪਹਿਲਾ ਐਂਗਲੋ ਸਿੱਖ ਯੁੱਧ ਕਿਸ ਦੇ ਸਮੇਂ ਹੋਇਆ ਹੈਗਾ? ਲਾਰਡ ਹਾਰਡਿੰਗ ਸਮੇਂ 1845-46 'ਚ। ਨਰਵਲੀ 'ਤੇ ਰੋਕ ਕਿਹਨੇ ਲਾਈ ਹੈ? ਲਾਰਡ ਹਾਰਡਿੰਗ ਦੁਆਰਾ ਲਾਈ ਗਈ। ਪੰਜਾਬ ਨੂੰ ਕਿਸਨੇ ਅੰਗਰੇਜ਼ੀ ਰਾਜ 'ਚ ਸ਼ਾਮਲ ਕੀਤਾ? ਲਾਰਡ ਡਲਹੌਜੀ ਨੇ। ਇਨਾਮ ਕਮਿਸ਼ਨ 1852 'ਚ ਕਿਹਨੇ ਚਲਾਇਆ ਦੋਸਤੋ? ਲਾਰਡ ਡਲਹੌਜੀ ਨੇ ਚਲਾਇਆ ਹੈਗਾ, ਤਾਂ ਕਿ ਉਸ ਨੂੰ ਪਤਾ ਲੱਗ ਜੇ ਕਿ ਕਿਹੜੀ ਭੂਮੀ 'ਤੇ ਕਰ ਨਹੀਂ ਦਿੱਤਾ ਜਾਂਦਾ। ਅਗਲਾ ਸਵਾਲ ਹੈ, ਲੈਪਸ ਦੀ ਨੀਤੀ ਕਿਹਨੇ ਅਪਣਾਈ ਹੈ ਦੋਸਤੋ? ਲੈਪਸ ਯਾਨੀ ਕਿ ਗੋਦ ਲੈਣ ਦੀ ਨੀਤੀ ਡਲਹੌਜੀ ਨੇ ਅਪਣਾਈ ਹੈ। ਡਲਹੌਜੀ ਨੇ ਸਭ ਤੋਂ ਪਹਿਲਾਂ ਲੈਪਸ ਤਹਿਤ ਅਧੀਨ ਕੀਤਾ ਸੀ ਦੋਸਤੋ 17 ਅਤੇ ਅਖੀਰ ਦੇ ਵਿੱਚ ਕੀਤਾ ਸੀ ਦੋਸਤੋ 1854 ਦੇ ਵਿੱਚ ਨਾਗਪੁਰ। ਅਗਲਾ ਸਵਾਲ, ਤੋਪਖਾਨਾ ਕਲਕੱਤਾ ਤੋਂ ਮੇਰਠ ਲੈ ਕੇ ਕੌਣ ਆਇਆ? ਜਿਹੜਾ ਤੋਪਖਾਨਾ ਸੀ ਪਹਿਲਾਂ ਕਲਕੱਤਾ 'ਚ ਸੀ, ਇਸ ਤੋਂ ਬਾਅਦ ਮੇਰਠ ਦੇ ਵਿੱਚ ਸ਼ਿਫਟ ਕੀਤਾ ਲਾਰਡ ਡਲਹੌਜੀ ਦੇ ਸਮੇਂ। ਅਗਲਾ ਸਵਾਲ,
ਸਿੱਖਿਆ ਲਈ ਡਲਹੌਜੀ ਨੇ ਕਿਹੜੀ ਨੀਤੀ ਅਪਣਾਈ ਹੈ ਦੋਸਤੋ? ਵੁੱਡ ਡਿਸਪੈਚ ਦੀ ਨੀਤੀ। ਰੇਲਵੇ ਦਾ ਜਨਕ ਡਲਹੌਜੀ ਨੇ ਪਹਿਲੀ ਲਾਈਨ ਕਦੋਂ ਸ਼ੁਰੂ ਕੀਤੀ? 16 ਅਪ੍ਰੈਲ 1853 ਦੇ ਵਿੱਚ, ਬੰਬੇ ਤੋਂ ਥਾਣੇ ਤੱਕ। ਪਹਿਲੀ ਵਾਰ ਡਾਕ ਟਿਕਟ ਦੀ ਸ਼ੁਰੂਆਤ ਕਿਹਨੇ ਕੀਤੀ ਹੈ? ਲਾਰਡ ਡਲਹੌਜੀ ਨੇ ਕੀਤੀ ਸੀ। ਸਰਵਜਨਕ ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ ਹੈ ਡਲਹੌਜੀ ਨੇ। ਲੋਕ ਸੇਵਾ ਵਿਭਾਗ ਦੀ ਸਥਾਪਨਾ ਡਲਹੌਜੀ ਨੇ। ਬਿਜਲੀ ਨਾਲ ਚੱਲਣ ਵਾਲੀ ਤਾਰ ਸ਼ੁਰੂ ਕੀਤੀ ਸੀ ਦੋਸਤੋ, ਇਹ ਵੀ ਲਾਰਡ ਡਲਹੌਜੀ ਦੇ ਸਮੇਂ ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਸ਼ਿਮਲਾ ਨੂੰ ਗਰਮੀ ਦੀ ਰਾਜਧਾਨੀ ਬਣਾਇਆ ਡਲਹੌਜੀ ਦੁਆਰਾ। ਨਾਗਰਿਕ ਸੇਵਾ ਭਰਤੀ ਲਈ ਪ੍ਰਤੀਯੋਗੀ ਪ੍ਰੀਖਿਆ ਸ਼ੁਰੂ ਕੀਤੀ ਹੈ ਦੋਸਤੋ, ਇਹ ਵੀ ਲਾਰਡ ਡਲਹੌਜੀ ਦੁਆਰਾ ਕੀਤੀ ਗਈ ਸੀ। ਭਾਰਤ ਦਾ ਪਹਿਲਾ ਵਾਇਸਰਾਏ ਅਤੇ ਕੰਪਨੀ ਅਧੀਨ ਅੰਤਮ ਗਵਰਨਰ ਜਨਰਲ, ਯਾਨੀ ਕਿ ਦੋਸਤੋ 1857 ਦਾ ਵਿਦਰੋਹ ਹੋ ਗਿਆ ਅਤੇ ਉਸ ਟਾਈਮ ਜਿਹੜਾ ਸਾਡਾ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀਗਾ, ਸਾਡਾ ਅੰਤਿਮ ਗਵਰਨਰ ਜਨਰਲ ਸੀ ਦੋਸਤੋ, ਅਤੇ ਪਹਿਲਾ ਵਾਇਸਰਾਏ ਆ ਉਹ ਕੌਣ ਬਣਿਆ? ਕੈਨਿੰਗ ਬਣਿਆ ਸੀ। ਅਗਲਾ ਸਵਾਲ ਦੋਸਤੋ, ਇੰਡੀਅਨ ਹਾਈ ਕੋਰਟ ਐਕਟ ਕਿਸ ਦੇ ਸਮੇਂ ਪਾਸ ਹੋਇਆ? ਕੈਨਿੰਗ ਸਮੇਂ। ਬੰਬੇ, ਮਦਰਾਸ, ਕਲਕੱਤਾ ਦੇ ਵਿੱਚ ਹਾਈ ਕੋਰਟ ਬਣਾਈ ਗਈ ਕੈਨਿੰਗ ਸਮੇਂ। ਵਿਧਵਾ ਵਿਆਹ ਕਿਹਨੇ ਐਕਟ ਹੈ ਜਿਹੜਾ ਉਹ ਕਿਹਨੇ ਸਮੇਂ ਪਾਸ ਹੋਇਆ? ਇਹ ਕੈਨਿੰਗ ਸਮੇਂ ਪਾਸ ਹੋਇਆ 1856 ਦੇ ਵਿੱਚ। ਦੰਡ ਸੰਹਿਤਾ ਕਿਸ ਨੇ ਤਿਆਰ ਕੀਤੀ? ਮੈਕਾਲੇ ਨੇ। ਦੰਡ ਸੰਹਿਤਾ ਨੂੰ ਕਾਨੂੰਨ ਕਦੋਂ ਬਣਾਇਆ ਗਿਆ? 1858 ਦੇ ਵਿੱਚ। 1859 ਦੇ ਵਿੱਚ ਦੋਸਤੋ ਇਸ ਨੂੰ ਲਾਗੂ ਕਰ ਦਿੱਤਾ ਗਿਆ ਸੀ। ਲੈਫਟ ਦਾ ਸਿਧਾਂਤ ਖਤਮ ਕਿਹਨੇ ਕੀਤਾ ਹੈ? ਕੈਨਿੰਗ ਨੇ ਕੀਤਾ ਹੈਗਾ। ਪੋਰਟਫੋਲੀਓ ਪ੍ਰਣਾਲੀ ਕਿਹਨੇ ਲਾਗੂ ਕੀਤੀ ਹੈ? ਕੈਨਿੰਗ ਦੁਆਰਾ ਲਾਗੂ ਕੀਤੀ ਗਈ ਸੀ। ਪਹਿਲੀ ਸਮੁੰਦਰੀ ਟੈਲੀਗ੍ਰਾਮ ਸੇਵਾ ਕਿਹਨੇ ਸ਼ੁਰੂ ਕੀਤੀ ਹੈ? ਲਾਰਡ ਲਾਰੈਂਸ ਦੁਆਰਾ ਕੀਤੀ ਗਈ ਸੀ। ਕਾਲ ਆਯੋਗ ਦਾ ਗਠਨ ਕਿਹਨੇ ਕੀਤਾ ਦੋਸਤੋ ਕਿਹਦੀ ਅਧਿਕਸ਼ਤਾ ਦੇ ਵਿੱਚ ਕੀਤਾ ਗਿਆ ਗਾ? ਇਹ ਚੈਂਬਲ ਹੈਨਰੀ ਦੀ ਅਧਿਕਸ਼ਤਾ ਦੇ ਵਿੱਚ ਕੀਤਾ ਗਿਆ। ਲਾਰਡ ਲਾਰੈਂਸ ਨੇ ਕੀਤਾ ਸੀ। ਅਗਲਾ ਸਵਾਲ ਹੈ ਸਾਡਾ, ਸ਼ਾਨਦਾਰ ਨਿਸ਼ਕ੍ਰਿਅਤਾ ਅਫਗਾਨਿਸਤਾਨ ਦੇ ਸੰਬੰਧ 'ਚ ਨਾ ਭਾਗ ਲੈਣ ਕਰਕੇ ਕਿਸ ਨੂੰ ਕਿਹਾ ਗਿਆ? ਲਾਰੈਂਸ ਨੂੰ ਕਿਹਾ ਗਿਆ ਸੀ। ਲਾਰਡ ਮੇਓ ਕਾਲਜ ਬਣਾਇਆ ਅਜਮੇਰ 'ਚ। ਬੰਗਾਲ 'ਚ ਕਾਲ ਕਿਸ ਦੇ ਸਮੇਂ ਪਿਆ? ਬੰਗਾਲ 'ਚ ਲਾਰਡ ਨਾਰਥਬਰੁੱਕ ਦੇ ਸਮੇਂ ਪਿਆ ਸੀ। ਕੂਕਾ ਅੰਦੋਲਨ ਕਿਹਦੇ ਸਮੇਂ ਹੋਇਆ ਦੋਸਤੋ? ਲਾਰਡ ਨਾਰਥਬਰੁੱਕ ਦੇ ਸਮੇਂ ਹੋਇਆ। ਸਵੇਜ਼ ਨਹਿਰ ਕਿਹਦੇ ਸਮੇਂ ਖੁੱਲ੍ਹੀ ਹੈ ਦੋਸਤੋ? ਇਹ ਖੁੱਲ੍ਹੀ ਹੈ ਸਾਡੀ ਲਾਰਡ ਨਾਰਥਬਰੁੱਕ ਦੇ ਸਮੇਂ। ਤਾਂ ਦੋਸਤੋ ਇਹ ਹੈ ਸਾਡੇ ਗਵਰਨਰ ਸਾਡੇ ਇੰਡੀਆ ਦੇ। ਅਗਲਾ ਸਵਾਲ, ਓਵਨ ਮੈਰੀਡਥ ਦੇ ਨਾਂ ਨਾਲ ਜਾਣਿਆ ਜਾਂਦਾ ਹੈ? ਤਾਂ ਦੋਸਤੋ ਓਵਨ ਮੈਰੀਡਥ ਦੇ ਨਾਂ ਨਾਲ ਜਾਣਿਆ ਜਾਂਦਾ ਹੈਗਾ ਲਾਰਡ ਲਿਟਨ ਨੂੰ। ਰਾਸ਼ਟਰਵਾਦੀ ਸਮਾਚਾਰ ਪੱਤਰ ਸੋਮ ਪ੍ਰਕਾਸ਼ 'ਤੇ ਰੋਕ ਲਾਈ ਸੀ ਲਾਰਡ ਲਿਟਨ ਨੇ। ਅਗਲਾ ਸਵਾਲ, ਬ੍ਰਿਟੇਨ ਦੀ ਰਾਣੀ ਨੂੰ ਕੇਸਰੇ ਹਿੰਦ ਦੀ ਉਪਾਧੀ ਦਿੱਤੀ? ਇਹ ਵੀ ਕਿਹਨੇ ਦਿੱਤੀ ਹੈ ਦੋਸਤੋ? ਲਾਰਡ ਲਿਟਨ ਦੁਆਰਾ ਦਿੱਤੀ ਗਈ ਸੀ। ਅਗਲਾ ਸਵਾਲ ਹੈ, ਲਾਰਡ ਲਿਟਨ ਨੇ ਸਿਵਲ ਸੇਵਾ ਦੀ ਪ੍ਰੀਖਿਆ ਦੀ ਉਮਰ ਘਟਾ ਕੇ ਕਿੰਨੀ ਕੀਤੀ? 21 ਤੋਂ 19 ਸਾਲ ਕਰ ਦਿੱਤੀ। ਅਲੀਗੜ੍ਹ 'ਚ ਕਿਹੜੀ ਯੂਨੀਵਰਸਿਟੀ ਲਿਟਨ ਨੇ ਬਣਾਈ? ਮੁਸਲਿਮ ਐਂਗਲੋ ਪ੍ਰਚਿਆ ਮਹਾਵਿਦਿਆਲਿਆ। ਤਾਂ ਦੋਸਤੋ ਅਲੀਗੜ੍ਹ ਦੇ ਵਿੱਚ ਹੈ ਜਿਹੜੀ ਯੂਨੀਵਰਸਿਟੀ ਬਣਾਈ ਹੈ ਲਾਰਡ ਲਿਟਨ ਦੁਆਰਾ, ਇਹਦਾ ਨਾਮ ਕੀ ਹੈਗਾ? ਮੁਸਲਿਮ ਐਂਗਲੋ ਪ੍ਰਾਚਿਆ ਮਹਾਵਿਦਿਆਲਿਆ। ਅਗਲਾ ਸਵਾਲ ਹੈ ਤੁਹਾਡਾ ਦੋਸਤੋ, ਵਰਨਾਕੂਲਰ ਪ੍ਰੈਸ ਐਕਟ ਲਾਇਆ ਸਮਾਚਾਰ ਪੱਤਰ ਤੇ ਲਿਟਨ ਦੁਆਰਾ ਲਾਇਆ ਗਿਆ ਸੀ? ਤਾਂ ਦੋਸਤੋ ਜਿਹੜਾ ਸਾਡਾ ਵਰਨਾਕੂਲਰ ਪ੍ਰੈਸ ਐਕਟ ਹੈ ਇਹਦੇ ਤਹਿਤ ਜਿਹੜੇ ਸਾਡੀ ਪ੍ਰੈਸ ਹੈ ਉਸ 'ਤੇ ਰੋਕ ਲਾ ਦਿੱਤੀ ਗਈ ਸੀ। ਵਰਨਾਕੂਲਰ ਪ੍ਰੈਸ ਐਕਟ ਖਤਮ ਕਿਹਨੇ ਕੀਤਾ ਗਾ? ਲਾਰਡ ਰਿਪਨ ਦੁਆਰਾ ਕੀਤਾ ਗਿਆ ਸੀ। ਪਹਿਲੀ ਵਾਰ ਜਨਗਣਨਾ 1872 ਦੇ ਵਿੱਚ ਕਿਹਨੇ ਕਰਾਈ ਹੈਗੀ ਦੋਸਤੋ? ਮੇਓ ਦੁਆਰਾ ਕਰਾਈ ਗਈ ਸੀ। ਦਸ਼ਕੀ ਆਧਾਰ 'ਤੇ ਯਾਨੀ ਕਿ 10 ਸਾਲਾਂ ਦੇ ਆਧਾਰ 'ਤੇ ਦੋਸਤੋ ਜਿਹੜੀ ਜਨਗਣਨਾ ਸਭ ਤੋਂ ਪਹਿਲੀ ਵਾਰ ਕਦੋਂ ਹੋਈ ਹੈ? ਰਿਪਨ ਦੇ ਕਾਰਜਕਾਲ ਦੇ ਵਿੱਚ ਹੋਈ ਸੀ। ਅਗਲਾ ਸਵਾਲ, ਪਹਿਲਾ ਕਾਰਖਾਨਾ ਅਧਿਨਿਯਮ ਕਿਹਦੇ ਸਮੇਂ ਆਇਆ ਗਾ? ਰਿਪਨ ਸਮੇਂ ਆਇਆ ਗਾ। ਭਾਰਤ ਦਾ ਉਦਾਰਕ ਕਿਸ ਨੇ ਰਿਪਨ ਨੂੰ ਕਿਹਾ? ਨਾਈਟੈਂਗਲ ਨੇ ਕਿਹਾ ਸੀ ਦੋਸਤੋ ਭਾਰਤ ਦਾ ਉਦਾਰਕ। ਕਿਸ ਦੇ ਸਮੇਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ ਹੈ? ਡਫਰਿਨ ਦੇ ਸਮੇਂ ਹੋਈ ਹੈ ਦੋਸਤੋ। ਸ਼ਵੇਤ ਵਿਦਰੋਹ ਕਿਸ ਦੇ ਸਮੇਂ ਹੋਇਆ? ਰਿਪਨ ਸਮੇਂ ਹੋਇਆ। ਕਿਸ ਦੇ ਸਮੇਂ ਅਵਧ ਪੰਜਾਬ ਬੰਗਾਲ ਟੈਨੈਂਸੀ ਐਕਟ ਪਾਸ ਹੋਇਆ? ਡਫਰਿਨ ਦੇ ਸਮੇਂ ਪਾਸ ਹੋਇਆ ਸੀ। ਕਿਸ ਦੇ ਸਮੇਂ ਦੰਡ ਰੇਖਾ ਖਿੱਚੀ ਗਈ ਦੋਸਤੋ? ਲਾਰਡ ਲੈਂਸਡਾਊਨ ਦੇ ਸਮੇਂ। ਦੂਜੇ ਕਾਰਖਾਨੇ ਅਧਿਨਿਯਮ 'ਚ 11 ਘੰਟੇ ਅਤੇ 1 ਦਿਨ ਦੀ ਛੁੱਟੀ ਦੀ ਵਿਵਸਥਾ ਕੀਤੀ ਲਾਰਡ ਲੈਂਸਡਾਊਨ ਨੇ। ਯਾਨੀ ਕਿ 1 ਦਿਨ ਦੀ ਜਿਹੜੀ ਛੁੱਟੀ ਹੈ ਉਹ ਕਿਹਨੇ ਕਰਾਈ ਹੈ? ਲਾਰਡ ਲੈਂਸਡਾਊਨ ਦੇ ਦੁਆਰਾ ਕਰਾਈ ਗਈ। ਭਾਰਤ ਤਲਵਾਰ ਦੇ ਜ਼ੋਰ 'ਤੇ ਜਿੱਤਿਆ ਹੈ, ਤਲਵਾਰ ਦੇ ਜ਼ੋਰ 'ਤੇ ਇਹਦੀ ਰੱਖਿਆ ਕੀਤੀ ਜਾਊਗੀ। ਇਹ ਕਥਨ ਕਿਹਦਾ ਦੋਸਤੋ? ਇਹ ਕਥਨ ਹੈ ਸਾਡਾ ਲਾਰਡ ਐਲਗਿਨ ਦੂਜੇ ਦਾ। ਅਗਲਾ ਸਵਾਲ,
ਦੋਸਤੋ ਸਾਰੇ ਸਵਾਲ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਰੂਰੀ ਸਵਾਲ ਨੇ। ਸਿੰਚਾਈ ਆਯੋਗ ਕਿਸ ਨੇ ਬਣਾਇਆ? ਲਾਰਡ ਕਰਜ਼ਨ ਨੇ। ਬੰਗਾਲ ਦੀ ਵੰਡ ਕਿਹਦੇ ਸਮੇਂ ਹੋਈ ਹੈ? ਕਰਜ਼ਨ ਸਮੇਂ ਹੋਈ ਹੈ। ਸਲੀਮੁੱਲਾ ਤੇ ਆਗਾ ਖਾਨ ਨੇ 1906 ਚ ਮੁਸਲਿਮ ਲੀਗ ਦੀ ਸਥਾਪਨਾ ਕੀਤੀ ਗਈ। ਵਾਇਸਰਾਏ ਕੌਣ ਸੀ ਦੋਸਤੋ? ਲਾਰਡ ਮਿੰਟੋ ਦੂਜਾ। ਲਾਰਡ ਮਿੰਟੋ ਸਮੇਂ ਦੋਸਤੋ ਜਿਹੜੀ ਮੁਸਲਿਮ ਲੀਗ ਦੀ ਸਥਾਪਨਾ ਕੀਤੀ ਗਈ ਹੈ। ਕਾਂਗਰਸ ਦੀ ਵੰਡ ਕਿਸ ਅਧਿਵੇਸ਼ਨ ਦੇ ਸਮੇਂ ਹੋਈ? ਦੋਸਤੋ ਜਿਹੜੀ ਕਾਂਗਰਸ ਦੀ ਵੰਡ ਹੈ ਕਿਸ ਅਧਿਵੇਸ਼ਨ ਦੇ ਸਮੇਂ ਹੋਈ ਹੈ? 1907 ਦਾ ਕਾਂਗਰਸ ਦੇ ਸੂਰਤ ਅਧਿਵੇਸ਼ਨ ਦੇ ਵਿੱਚ ਹੋਈ ਹੈ। ਲਾਰਡ ਮਿੰਟੋ ਵਾਇਸਰਾਏ ਸੀ। ਭਾਰਤੀ ਪੁਰਾਤੱਤਵ ਵਿਭਾਗ ਦੀ ਸਥਾਪਨਾ ਹੋਈ ਕਰਜ਼ਨ ਸਮੇਂ। 1909 ਦਾ ਐਕਟ ਕਿਸ ਸਮੇਂ ਆਇਆ? ਲਾਰਡ ਮਿੰਟੋ। ਤਾਂ ਦੋਸਤੋ ਲਾਰਡ ਮਿੰਟੋ ਦੇ ਸਮੇਂ 1909 ਦਾ ਐਕਟ ਆਇਆ ਸੀ। ਚੌਰਾ ਚੌਰੀ ਦੀ ਘਟਨਾ ਕਦੋਂ ਹੋਈ ਹੈ ਦੋਸਤੋ? 5 ਫਰਵਰੀ 1922 ਨੂੰ ਲਾਰਡ ਰੀਡਿੰਗ ਦੇ ਸਮੇਂ ਹੋਈ ਸੀ। 1911-12 ਦਸੰਬਰ ਨੂੰ ਜਾਰਜ ਪੰਚਮ ਭਾਰਤ ਆਇਆ। ਬੰਗਾਲ ਵੰਡ ਰੱਦ ਕੀਤੀ ਗਈ। ਤਾਂ ਦੋਸਤੋ ਇਹਦੇ ਸਮੇਂ ਕੀ ਹੈਗਾ, ਜਦੋਂ ਸਾਡਾ ਜਾਰਜ ਪੰਚਮ ਆਇਆ ਗਾ ਤਾਂ ਦੋਸਤੋ ਉਸ ਟਾਈਮ ਬੰਗਾਲ ਦੀ ਵੰਡ ਹੈ ਜਿਹੜੀ ਉਹ ਰੱਦ ਕੀਤੀ ਗਈ ਸੀ ਲਾਰਡ ਹਾਰਡਿੰਗ ਦੂਜੇ ਦੇ ਸਮੇਂ। ਦਿੱਲੀ ਰਾਜਧਾਨੀ ਕਿਹਦੇ ਸਮੇਂ ਬਣਾਈ ਗਈ? ਲਾਰਡ ਹਾਰਡਿੰਗ ਦੂਜੇ ਸਮੇਂ। ਪਹਿਲਾ ਵਿਸ਼ਵ ਯੁੱਧ 28 ਜੁਲਾਈ 1914 ਨੂੰ ਸ਼ੁਰੂ ਕਿਹਦੇ ਸਮੇਂ ਹੋਇਆ ਹੈਗਾ? ਲਾਰਡ ਹਾਰਡਿੰਗ ਦੇ ਸਮੇਂ ਸ਼ੁਰੂ ਹੋਇਆ ਹੈਗਾ। ਬਨਾਰਸ ਹਿੰਦੂ ਯੂਨੀਵਰਸਿਟੀ ਦਾ ਕੁਲਪਤੀ ਕਿਸ ਨੂੰ ਨਿਯੁਕਤ ਕੀਤਾ ਗਿਆ? ਲਾਰਡ ਹਾਰਡਿੰਗ ਦੂਜੇ ਨੂੰ ਕੀਤਾ ਗਿਆ ਸੀ। ਕਿਸ ਦੇ ਸਮੇਂ ਕਾਂਗਰਸ ਦਾ ਸਮਝੌਤਾ ਹੋਇਆ? ਲਾਰਡ ਚੇਮਸਫੋਰਡ ਦੇ ਸਮੇਂ। ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਵਿੱਚ ਰੂਲਟ ਐਕਟ ਕਿਸ ਦੇ ਸਮੇਂ ਆਇਆ? ਚੇਮਸਫੋਰਡ ਦੇ ਸਮੇਂ। ਅਗਲਾ ਸਵਾਲ, ਸੈਡਲਰ ਆਯੋਗ ਕਿਸ ਦੇ ਸਮੇਂ ਕਿਸ ਲਈ ਬਣਿਆ? ਚੇਮਸਫੋਰਡ ਸਮੇਂ ਸਿੱਖਿਆ ਲਈ। ਸਾਈਮਨ ਕਮਿਸ਼ਨ ਕਿਸ ਸਮੇਂ ਆਇਆ? ਇਰਵਿਨ ਸਮੇਂ। ਤਾਂ ਦੋਸਤੋ ਇਹ ਸਾਡੇ ਮੋਸਟ ਇੰਪੋਰਟੈਂਟ ਸਵਾਲ ਨੇ ਜਿਹੜੇ ਕਿਸੇ ਵੀ ਪੇਪਰ ਦੇ ਦ੍ਰਿਸ਼ਟੀ ਤੋਂ ਇੰਪੋਰਟੈਂਟ ਹੋ ਸਕਦੇ ਨੇ। ਅਗਲਾ ਸਵਾਲ, ਅਗਸਤ ਪ੍ਰਸਤਾਵ ਕਿਸ ਦੇ ਸਮੇਂ ਆਇਆ? ਲਿਨਲਿਥਗੋ ਦੇ ਸਮੇਂ ਆਇਆ ਹੈਗਾ 8 ਅਗਸਤ 1940 ਨੂੰ। ਕ੍ਰਿਪਸ ਮਿਸ਼ਨ ਵੀ ਦੋਸਤੋ ਲਿਨਲਿਥਗੋ ਦੇ ਸਮੇਂ ਆਇਆ ਹੈਗਾ। ਭਾਰਤ ਛੱਡੋ ਅੰਦੋਲਨ 9 ਅਗਸਤ 1942 ਨੂੰ ਲਿਨਲਿਥਗੋ ਦੇ ਸਮੇਂ ਆਏਗਾ। ਸ਼ਿਮਲਾ ਸਮਝੌਤਾ ਕਿਹਦੇ ਸਮੇਂ ਹੋਇਆ ਦੋਸਤੋ? ਲਾਰਡ ਬੇਬਲ ਦੇ ਸਮੇਂ ਹੋਇਆ ਸੀ। ਅਗਲਾ ਸਵਾਲ, ਕੈਬਨਿਟ ਮਿਸ਼ਨ ਕਿਸ ਦੇ ਸਮੇਂ ਆਇਆ? ਲਾਰਡ ਬੇਬਲ ਸਮੇਂ ਆਇਆ ਸੀ। ਸੁਤੰਤਰਤ ਭਾਰਤ ਦਾ ਪਹਿਲਾ ਗਵਰਨਰ ਜਨਰਲ ਮਾਊਂਟ ਬੇਟਨ ਹੈਗਾ। ਸੁਤੰਤਰ ਭਾਰਤ ਦਾ ਪਹਿਲਾ ਅਤੇ ਅੰਤਿਮ ਗਵਰਨਰ ਜਨਰਲ ਕੌਣ ਹੈ ਦੋਸਤੋ? ਚੱਕਰਵਰਤੀ ਰਾਜਗੋਪਾਲਾਚਾਰੀ। ਲਾਸਟ ਸਵਾਲ ਹੈ ਦੋਸਤੋ ਇਹ ਦੋ। ਪਹਿਲੀ ਵਾਰ ਪਾਕਿਸਤਾਨ ਦੀ ਮੰਗ 1940 ਚ ਕਿਸ ਦੇ ਸਮੇਂ ਕੀਤੀ ਗਈ? ਲਾਹੌਰ ਅਧਿਵੇਸ਼ਨ ਲਿਨਲਿਥਗੋ ਦੇ ਸਮੇਂ ਕੀਤੀ ਗਈ ਹੈ। 1935 ਦਾ ਐਕਟ ਕਿਸ ਦੇ ਸਮੇਂ ਆਇਆ ਦੋਸਤੋ? ਲਾਰਡ ਵੈਲਿੰਗਟਨ ਸਮੇਂ ਆਇਆ ਸੀ। ਤਾਂ ਦੋਸਤੋ ਇਹ ਸੀ ਸਾਡੇ ਅੱਜ ਦੇ ਸਵਾਲ। ਉਮੀਦ ਕਰਦਾ ਹਾਂ ਤੁਹਾਨੂੰ ਇਹ ਸਵਾਲ ਇਹ ਕੁਐਸਚਨ ਚੰਗੇ ਲੱਗੇ ਹੋਣਗੇ। ਜੇਕਰ ਨਹੀਂ ਚੰਗੇ ਲੱਗੇ ਤਾਂ ਵੀਡੀਓ ਨੂੰ ਡਿਸਲਾਈਕ ਜ਼ਰੂਰ ਕਰ ਦਿਓ। ਜੇ ਚੰਗੇ ਲੱਗੇ ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਦੱਸਿਓ।